ਦੋਸਤੋ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਸਿੰਘ ਇੱਕ ਕੋਸ਼ਿਸ਼ ਛੋਟੀ ਜਿਹੀ ਕਰ ਰਿਹਾ ਹੈਗਾ ਕਿ ਜਿਵੇਂ ਲਾਈਫ ਇੰਸ਼ੋਰੈਂਸ ਲਾਇਸੈਂਸ ਲੈਂਦੇ ਹੈਗੇ ਆਪਾਂ ਕੈਨੇਡਾ ਦੇ ਵਿੱਚ ਲਾਈਫ ਲਾਇਸੈਂਸ ਕੁਆਲੀਫਿਕੇਸ਼ਨ ਪ੍ਰੋਗਰਾਮ LLQP ਐਗਜ਼ਾਮ ਉਹਨਾਂ ਨੂੰ ਦੇਣੇ ਪੈਂਦਾ ਅਤੇ ਉਹਦੇ ਵਾਸਤੇ ਜਿਵੇਂ ਇਹ ਜਿਹੜਾ ਮੇਰੇ ਕੋਲ ਬੁੱਕ ਹੈਗੀ ਆ ਇਹ IFSC ਵਾਲਿਆਂ ਦੀ ਹੈਗੀ ਬੁੱਕ ਅਤੇ ਲੈ ਦੇ ਕੇ ਬੁੱਕਸ ਸੇਮ ਹੀ ਹੈਗੀ ਕਿਉਂਕਿ ਸਿਲੇਬਸ ਸੇਮ ਹੁੰਦਾ। ਅਤੇ ਜੇ ਆਪਾਂ ਸਾਰੇ ਪ੍ਰੋਵਿੰਸਿਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਸਾਰਾ ਸਿਲੇਬਸ ਤਾਂ ਸੇਮ ਹੀ ਹੁੰਦਾ ਅਤੇ ਪਰ ਹਰੇਕ ਪ੍ਰੋਵਿੰਸ ਦੇ ਵਿੱਚ ਜਿਹੜਾ ਹੈਗਾ ਉਹ ਪ੍ਰੋਵਿੰਸ਼ੀਅਲ ਜਿਹੜੀ ਇੰਸ਼ੋਰੈਂਸ ਕੌਂਸਲ ਹੁੰਦੀ ਹੈ ਉਹਦੇ ਤੋਂ ਤੁਸੀਂ ਲਾਇਸੈਂਸ ਲੈਣਾ ਹੁੰਦਾ ਅਤੇ ਉਹਦੇ ਵਾਸਤੇ 5 ਮੋਡਿਊਲਸ ਹੁੰਦੇ ਨੇ ਅਤੇ 4 ਦਾ ਜਿਹੜਾ ਹੈ ਐਗਜ਼ਾਮ ਹੁੰਦਾ ਜਿਹਦੇ ਵਿੱਚੋਂ ਅੱਜ ਆਪਾਂ ਗੱਲ ਕਰਾਂਗੇ ਲਾਈਫ ਇੰਸ਼ੋਰੈਂਸ ਦੀ। ਅਤੇ ਇਸ ਪਹਿਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪਹਿਲੇ ਚੈਪਟਰ ਦੀ। ਅਤੇ ਓਵਰਆਲ ਦੇਖਿਆ ਜਾਵੇ ਤਾਂ ਇਹ ਮੋਡਿਊਲ ਜਿਹੜਾ ਹੈ ਇਹਦੇ 304 ਪੇਜਿਸ ਹੈਗੇ ਨੇ। ਵੇਖਣ ਨੂੰ ਬੜਾ ਲੰਬਾ ਲੱਗਦਾ ਹੈਗਾ ਪਰ ਇੰਨਾ ਡਰਨ ਦੀ ਕੋਈ ਗੱਲ ਨਹੀਂ ਕਿਉਂਕਿ ਇੱਕ ਤਾਂ ਇਹਦੇ ਵਿੱਚ ਕਾਫੀ ਸਾਰੇ ਪੇਜ ਪਹਿਲਾਂ ਉਹਦਾ ਇੰਡੈਕਸ ਹੀ ਹੈਗਾ ਪੂਰੀ ਬੁੱਕ ਦਾ ਅਤੇ ਕਾਫੀ ਲੰਬਾ ਇੰਡੈਕਸ ਹੈਗਾ ਤਾਂ ਇਸ ਕਰਕੇ ਡਰਨ ਦੀ ਲੋੜ ਨਹੀਂ। ਜਿਵੇਂ ਆਪਾਂ ਦੇਖਿਆ 27 ਪੇਜਾਂ ਦਾ ਤਾਂ ਜਿਹੜਾ ਉਹਦਾ ਇੰਡੈਕਸ ਹੀ ਹੈਗਾ। ਚੈਪਟਰ 1 ਇੰਟਰੋਡਕਸ਼ਨ ਟੂ ਲਾਈਫ ਇੰਸ਼ੋਰੈਂਸ ਮੋਡਿਊਲ ਅਤੇ ਕੋਈ ਇਹਨੂੰ ਮੋਜ਼ਿਊਲ ਵੀ ਕਹਿੰਦਾ ਪਰ ਮੇਰੇ ਮੂੰਹ ਦੇ ਉੱਤੇ ਮੋਡਿਊਲ ਚੜ੍ਹਿਆ ਹੋਇਆ ਇਸ ਕਰਕੇ ਮੈਂ ਮੋਡਿਊਲ ਹੀ ਕਹਾਂਗਾ। ਪਰ ਤੁਸੀਂ ਅਗਰ ਮੋਡਿਊਲ ਨੂੰ ਨਹੀਂ ਸਮਝਦੇ ਤਾਂ ਮੋਡਿਊਲ ਦਾ ਮਤਲਬ ਮੋਜ਼ਿਊਲ ਹੀ ਹੈਗਾ। ਅਤੇ ਕੋਸ਼ਿਸ਼ ਮੇਰੀ ਇਹ ਹੈਗੀ ਹੈ ਕਿ ਪੰਜਾਬੀ ਦੇ ਵਿੱਚ ਆਪਾਂ ਸਿੰਪਲ ਜੀ ਗੱਲ ਕਰੀਏ ਅਤੇ ਇੱਕ ਚੈਪਟਰ ਦੀਆਂ ਇਹ ਛੋਟੀਆਂ ਵੀਡੀਓਜ਼ ਮੈਂ ਬਣਾਈਆਂ ਨੇ। ਆ ਸਕੇ ਤੁਹਾਨੂੰ ਇਹਦੇ ਵਿੱਚੋਂ ਕੁਛ ਨਾ ਕੁਛ ਸਿੱਖਣ ਨੂੰ ਸੌਖੇ ਤਰੀਕੇ ਨਾਲ ਜ਼ਰੂਰ ਮਿਲੇਗਾ। ਅਤੇ ਪਹਿਲੇ ਚੈਪਟਰ ਦੀ ਆਪਾਂ ਗੱਲ ਕਰੀਏ ਲਾਈਫ ਇੰਸ਼ੋਰੈਂਸ। ਇਹਦੀ ਗੱਲ ਮੈਂ ਆਪਣੇ ਤਰੀਕੇ ਨਾਲ ਵੀ ਕਰ ਸਕਦਾ ਸੀ ਪਰ ਕਿਉਂਕਿ ਤੁਸੀਂ ਬੁੱਕ ਪੜ੍ਹਨੀ ਹੈਗੀ ਹੈ ਇਸ ਕਰਕੇ ਮੈਂ ਬੁੱਕ ਦੇ ਹਿਸਾਬ ਨਾਲ ਹੀ ਜਿਹੜੀ ਇਹਦੀ ਗੱਲਬਾਤ ਕਰਾਂਗੇ। ਅਤੇ ਲਾਈਫ ਇੰਸ਼ੋਰੈਂਸ ਦਾ ਮਤਲਬ ਹੈ ਕਿ ਰਿਸਕ ਆਫ ਡੈਥ ਹੁੰਦੀ ਹੈਗੀ ਹੈ। ਕੋਈ ਵੀ ਬੰਦਾ ਜਿਹੜਾ ਘਰ ਦਾ ਅਰਨਿੰਗ ਮੈਂਬਰ ਹੈਗਾ ਉਹ ਪੈਸੇ ਕਮਾ ਕੇ ਘਰ ਲੈ ਕੇ ਆਉਂਦਾ ਅਤੇ ਉਹਦੇ ਨਾਲ ਜਿਹੜਾ ਹੈ ਫੈਮਿਲੀ ਦਾ ਖਰਚਾ ਚੱਲਦਾ ਹੈਗਾ ਅਤੇ ਇੱਕ ਰਿਸਕ ਬਣਿਆ ਰਹਿੰਦਾ ਜੇ ਮੰਨ ਲਓ ਕਿ ਉਹ ਬੰਦੇ ਦੀ ਜੇ ਡੈਥ ਹੋ ਜਾਏ ਤਾਂ ਫਿਰ ਉਹ ਇਨਕਮ ਬੰਦ ਹੋ ਜਾਂਦੀ ਹੈ। ਉਸ ਰਿਸਕ ਨੂੰ ਕਵਰ ਕਰਨ ਵਾਸਤੇ ਅਸੀਂ ਉਸ ਦੀ ਲਾਈਫ ਇੰਸ਼ੋਰੈਂਸ ਕਰਵਾਉਂਦੇ ਹੈਗੇ ਹਾਂ। ਇਸੇ ਕਰਕੇ ਜਿਹੜਾ ਲਾਈਫ ਇੰਸ਼ੋਰੈਂਸ ਦੀ ਲੋੜ ਪੈਂਦੀ ਹੈ ਕਿਉਂਕਿ ਰਿਸਕ ਆਫ ਡੈਥ ਰਹਿੰਦਾ ਹੈਗਾ। ਕਿਉਂਕਿ ਇਹ ਲਾਈਫ ਇੰਸ਼ੋਰੈਂਸ ਦਾ ਚੈਪਟਰ ਹੈਗਾ ਇਸ ਕਰਕੇ ਇਹਦੀ ਆਪਾਂ ਸਿਰਫ ਲਾਈਫ ਇੰਸ਼ੋਰੈਂਸ ਨਾਲ ਰਿਲੇਟਡ ਹੀ ਗੱਲ ਕਰਾਂਗੇ। ਐਕਸੀਡੈਂਟ ਦੇ ਵਿੱਚ ਕਦੀ ਵੀ ਕਿਸੇ ਦੀ ਜਿਹੜੀ ਹੈ ਡੈਥ ਹੋ ਜਾਂਦੀ ਹੈਗੀ ਆ ਪਰ ਜੇ ਨੈਚੁਰਲ ਡੈਥ ਦੀ ਵੀ ਗੱਲ ਕਰੀਏ ਤਾਂ ਇਹ ਇੱਕ ਟੇਬਲ ਤੁਹਾਨੂੰ ਵੇਖਣ ਨੂੰ ਮਿਲੇਗਾ। ਟੇਬਲ 1.1 ਹੈਗਾ ਦੈਟ ਮੀਨਸ ਕਿ ਪਹਿਲੇ ਚੈਪਟਰ ਦੇ ਵਿੱਚ ਪਹਿਲਾ ਟੇਬਲ ਹੈਗਾ ਅਤੇ ਪ੍ਰੋਬੇਬਿਲਿਟੀ ਆਫ ਡੈਥ ਐਂਡ ਲਾਈਫ ਐਕਸਪੈਕਟੈਂਸੀ ਵਰਸਿਸ ਏਜ। ਇਹਦੇ ਪ੍ਰੋਬੇਬਿਲਿਟੀ ਦਾ ਮਤਲਬ ਚਾਂਸ ਕਿੰਨਾ ਕੁ ਚਾਂਸ ਹੈਗਾ ਆਫ ਡੈਥ ਹੋਣ ਦੇ ਕਿੰਨੇ ਚਾਂਸ ਨੇ। ਇਹਨੂੰ ਆਪਾਂ ਪਹਿਲਾਂ ਇੱਕ ਚੀਜ਼ ਨੂੰ ਸਮਝਦੇ ਹੈਗੇ ਆ। ਇੱਧਰ ਏਜ ਦਿੱਤੀ ਹੋਈ ਹੈ ਅਤੇ ਏਜ ਦਾ ਮਤਲਬ ਕਿ ਜੇ ਹੁਣ ਐਗਜ਼ਾਮਪਲ ਲੈ ਲੈਂਦੇ ਜੇ 10 ਸਾਲ ਦਾ ਕੋਈ ਬੰਦਾ ਹੈਗਾ ਅਤੇ ਉਹਦਾ ਜੇ ਮੇਲ ਹੈਗਾ ਤਾਂ ਉਹਦਾ ਚਾਂਸ ਇਹ ਹੈਗਾ ਕਿ 0.009% ਦੈਟ ਮੀਨਸ ਕਿ 1% ਵੀ ਪੂਰਾ ਨਹੀਂ ਹੈ ਕਿ 1000 ਬੰਦੇ ਦੇ ਵਿੱਚੋਂ ਵੀ ਜਿਹੜਾ ਹੈ ਬਹੁਤ ਘੱਟ ਚਾਂਸਿਸ ਹੈਗੇ ਨੇ ਉਹਦੀ ਡੈਥ ਹੋਣ ਦੀ ਅਗਰ ਮੇਲ ਹੈਗਾ। ਜੇ ਫੀਮੇਲ ਹੈਗਾ ਉਹਦੇ ਹੋਰ ਵੀ ਘੱਟ ਚਾਂਸ ਹੈਗੇ 0.008% ਜਿਹੜਾ ਫੀਮੇਲ ਦੇ ਚਾਂਸ ਹੈ ਕਿ ਉਹਦੀ ਜਿਹੜੀ ਹੈ ਡੈਥ ਹੋ ਸਕਦੀ ਹੈ ਵਿਦਨ ਏ ਈਅਰ। ਇਹ ਲਿਖਿਆ ਹੋਇਆ ਪ੍ਰੋਬੇਬਿਲਿਟੀ ਆਫ ਡੈਥ ਵਿਦਨ ਏ ਈਅਰ। ਆਪਾਂ ਥੋੜ੍ਹੀ ਜਿਹੀ ਅੱਗੇ ਜਾ ਕੇ ਐਗਜ਼ਾਮਪਲ ਲੈਂਦੇ ਹਾਂ ਤਾਂ ਕਿ ਆਪਾਂ ਨੂੰ ਕਲੀਅਰ ਹੋ ਜਾਏ। ਆਪਾਂ ਲੈਂਦੇ ਹਾਂ ਗੱਲ 50 ਸਾਲ ਦੀ ਏਜ ਦੀ। ਜੇ ਅੱਜ ਕੋਈ ਬੰਦਾ 50 ਸਾਲ ਦਾ ਜੇ ਮੇਲ ਹੈਗਾ ਅਤੇ ਉਹਦਾ ਜੇ ਮੰਨ ਲਓ 50 ਸਾਲ ਦੇ ਬੰਦਿਆਂ ਦਾ ਆਪਾਂ ਗਰੁੱਪ ਲੈ ਲਈਏ ਜੇ 100 ਬੰਦਿਆਂ ਦਾ ਆਪਾਂ ਗਰੁੱਪ ਲੈ ਲਈਏ ਤਾਂ ਉਹਦੇ ਵਿੱਚ ਵੀ ਉਹ ਕਹਿੰਦੇ ਕਿ 0.301% ਚਾਂਸ ਹੈ ਕਿ ਦੈਟ ਮੀਨਸ ਕਿ 100 ਵੀ ਨਹੀਂ 200 ਵੀ ਨਹੀਂ 300 ਬੰਦਾ ਹੋਏ ਤਾਂ ਇੱਕ ਬੰਦੇ ਦੀ ਡੈਥ ਹੋਣ ਦੇ ਚਾਂਸ ਹੈਗੇ ਨੇ ਅਗਲੇ 1 ਸਾਲ ਦੇ ਵਿੱਚ। ਜੇ ਫੀਮੇਲ ਹੈਗੀ ਹੈ ਉਹਨਾਂ ਦੇ ਹੋਰ ਵੀ ਘੱਟ ਚਾਂਸ ਹੈਗੇ ਨੇ ਡੈਥ ਹੋਣ ਦੇ 0.197%। ਆਪਾਂ ਥੋੜ੍ਹਾ ਜਿਹਾ ਹੋਰ ਕਲੀਅਰ ਕਰਨ ਵਾਸਤੇ ਅੱਗੇ ਵੱਡੀ ਏਜ ਵਾਲੀ ਗੱਲ ਕਰਦੇ ਹਾਂ। ਮੰਨ ਲਓ ਅੱਜ ਬੰਦਾ ਕੋਈ 70 ਸਾਲ ਦਾ ਹੈਗਾ ਅਤੇ ਉਹਦੇ ਵਿੱਚ ਜੇ ਇੱਥੇ ਮੇਲ ਹੈਗਾ ਪਹਿਲਾ ਖਾਨਾ ਦੂਸਰਾ ਫੀਮੇਲ ਦਾ ਹੈਗਾ। ਜੇ ਮੇਲ ਦੀ ਗੱਲ ਕਰੀਏ ਤਾਂ ਮੇਲ ਦੇ ਵਿੱਚ ਜੇ 70 ਸਾਲ ਦੇ ਬੰਦੇ ਹੈਗੇ ਮੰਨ ਲਓ ਕਿ 100 ਬੰਦਾ ਹੈਗਾ ਅਤੇ ਉਹਦੇ ਵਿੱਚ 2 ਬੰਦਿਆਂ ਦੀ ਡੈਥ ਹੋਣ ਦੇ ਚਾਂਸ ਹੈਗੇ ਨੇ 1 ਸਾਲ ਦੇ ਅੰਦਰ।
ਜੇ ਮੰਨ ਲਓ ਫੀਮੇਲਸ ਹੈਗੀਆਂ ਤਾਂ ਉਹਨਾਂ 'ਤੇ 1.284%, ਦੈਟ ਮੀਨਸ ਕਿ 1.25% ਜਿਹੜੀ ਹੈਗੀ ਆ ਕਿ ਚਾਂਸਿਸ ਹੈਗੇ ਨੇ ਇੱਕ ਫੀਮੇਲ ਦੇ ਡੈਥ ਹੋਣ ਦੇ, ਅਤੇ ਇਹਨੂੰ ਆਪਾਂ ਕਹਿੰਦੇ ਪ੍ਰੋਬੇਬਿਲਿਟੀ ਆਫ ਡੈਥ। ਦੂਸਰਾ ਜਿਹੜਾ ਇਹਦਾ ਕਾਲਮ ਹੈਗਾ ਇਹ ਹੈ ਲਾਈਫ ਐਕਸਪੈਕਟੈਂਸੀ ਇਨ ਈਅਰਸ। ਇਹਦਾ ਮਤਲਬ ਇਹ ਹੈਗਾ ਕਿ ਅੱਜ ਮੰਨ ਲਓ ਕਿ 50 ਸਾਲ ਦਾ ਕੋਈ ਬੰਦਾ, ਜੇ ਉਹ ਬੰਦਾ ਹੈਗਾ ਤਾਂ ਉਹਦੀ ਕਿੰਨੇ ਚਾਂਸ ਹੈਗੇ ਕਿ ਕਿੰਨੇ ਸਾਲ ਹੋਰ ਜੀ ਸਕਦਾ। ਉਹ ਕਹਿੰਦਾ ਅੱਜ ਅਗਰ ਕੋਈ ਬੰਦਾ ਐਕਸਪੈਕਟੈਂਸੀ ਕਿੰਨਾ ਕੁ ਐਕਸਪੈਕਟਡ ਹੈਗਾ ਕਿ ਹੋਰ ਉਹ ਕਿੰਨੇ ਸਾਲ ਜੀਵੇਗਾ। ਜੇ 50 ਸਾਲ ਦਾ ਬੰਦਾ, ਇਹ ਆਪਾਂ ਕਾਲਮ ਦੇਖ ਰਹੇ ਹੈਗੇ, ਜੇ 50 ਸਾਲ ਦਾ ਬੰਦਾ 31.56 ਸਾਲ, ਦੈਟ ਮੀਨਸ ਕਿ ਜੇ ਇਹਨੂੰ ਮੈਂ ਮੋਟੇ ਤੌਰ 'ਤੇ ਸਿੰਪਲ ਲੈਂਗੁਏਜ ਕਰਾਂ, ਤਕਰੀਬਨ 31-32 ਸਾਲ ਜਿਹੜਾ ਬੰਦਾ ਹੋਰ ਜੀਵੇਗਾ। ਜੇ ਮੰਨ ਲਓ ਉਹ ਫੀਮੇਲ ਹੈਗੀ ਹੈ ਅਤੇ ਇੱਥੇ 35 ਸਾਲ ਪਲੱਸ ਜਿਹੜਾ ਹੈ ਉਹ ਲੇਡੀ ਹੋਰ ਜੀਵੇਗੀ। ਜੋ ਇੱਥੋਂ ਆਪਾਂ ਜਿਹੜਾ ਹੈ ਹਿਸਾਬ ਲਾਉਂਦੇ ਹਾਂ ਇਸ ਚਾਰਟ ਤੋਂ ਕਿ ਬੰਦੇ ਦੀ ਲਾਈਫ ਐਕਸਪੈਕਟੈਂਸੀ ਕਿੰਨੀ ਹੈਗੀ ਹੈ। ਅਤੇ ਇਹ ਜਿਹੜਾ ਡਾਟਾ ਹੈਗਾ ਇਹਦੇ ਹਿਸਾਬ ਨਾਲ ਹੀ ਅਸੀਂ ਲਾਈਫ ਇੰਸ਼ੋਰੈਂਸ ਜਾਂ ਉਹਦੀ ਰਿਟਾਇਰਮੈਂਟ ਪਲੈਨਿੰਗ ਜਿਹੜੀ ਕਰਦੇ ਹੈਗੇ ਆ। ਮੰਨ ਲਓ ਕਿ ਹੁਣ ਬੰਦਾ 50 ਸਾਲ ਦਾ ਹੈਗਾ ਅਤੇ ਜੇ ਉਹਨੂੰ ਲੱਗਦਾ ਕਿ 80 ਸਾਲ 82 ਸਾਲ ਤੱਕ ਉਹਨੇ ਜੀਣਾ ਹੈਗਾ, 65 ਸਾਲ ਤੱਕ ਉਹਨੇ ਕੰਮ ਕਰਨਾ, ਤਾਂ ਅਗਲੇ 15 ਸਾਲ ਉਹਦੇ ਇਨਕਮ ਕਿੱਥੋਂ ਆਏਗੀ, ਉਹਦੀ ਵੀ ਆਪਾਂ ਨੂੰ ਪਲੈਨਿੰਗ ਕਰਨੀ ਪਏਗੀ। ਜਿੱਥੇ ਡੈਥ ਹੋਣ ਦਾ ਰਿਸਕ ਬਣਿਆ ਰਹਿੰਦਾ ਅਤੇ ਉਹਦਾ ਸਾਨੂੰ ਪ੍ਰੋਵੀਜ਼ਨ ਕਰਨੇ ਪੈਂਦਾ ਹੈਗਾ, ਉਹਦੇ ਵਾਸਤੇ ਲਾਈਫ ਇੰਸ਼ੋਰੈਂਸ ਕਰਾਉਣੀ ਪੈਂਦੀ ਹੈ। ਇਸੇ ਤਰ੍ਹਾਂ ਜੇ ਐਕਸਪੈਕਟਡ ਹੈਗਾ ਕਿ ਬੰਦਾ ਲੰਬਾ ਸਮਾਂ ਜੀਵੇਗਾ ਤਾਂ ਉਹਦੇ ਵਾਸਤੇ ਸਾਨੂੰ ਰਿਟਾਇਰਮੈਂਟ ਪਲੈਨਿੰਗ ਕਰਨੀ ਪੈਂਦੀ ਹੈ ਕਿ ਉਹ ਕਿੱਥੋਂ ਬੰਦਾ ਜਿਹੜਾ ਹੈ ਆਪਣੀ ਗੁਜ਼ਾਰਾ ਕਰੇਗਾ ਜੇ ਉਹ ਆਪਣੀ ਰਿਟਾਇਰਮੈਂਟ ਪਲੈਨਿੰਗ ਨਹੀਂ ਕਰੇਗਾ। ਅਤੇ ਇਹ ਚਾਰਟ ਬੜਾ ਇੰਪੋਰਟੈਂਟ ਹੈਗਾ। ਅਤੇ ਇਸੇ ਤਰ੍ਹਾਂ ਇਹ ਅੱਗੇ 100 ਸਾਲ ਦੀ ਏਜ ਤੱਕ ਦਾ ਜਿਹੜਾ ਹੈ ਇਹ ਚਾਰਟ ਬਣਿਆ ਹੋਇਆ, ਤੁਹਾਨੂੰ ਸਿੰਪਲੀ ਸਮਝ ਆ ਜਾਏਗਾ ਇੰਨੀ ਕੁ ਗੱਲ ਕਰਨ ਦੇ ਨਾਲ। ਹੁਣ ਕਹਿੰਦੇ ਕਿ ਜਦੋਂ ਡੈਥ ਹੋ ਜਾਂਦੀ ਬੰਦੇ ਦੇ, ਅਤੇ ਉਹਦੇ 'ਤੇ ਜਿਹੜੀ ਬੰਦਾ ਇਨਕਮ ਕਮਾ ਰਿਹਾ ਅਤੇ ਉਹਦੇ 'ਤੇ ਅਸਰ ਪੈਣ ਦੀ ਸੰਭਾਵਨਾ ਰਹਿੰਦੀ ਹੈਗੀ ਹੈ। ਮੰਨ ਲਓ ਕਿ ਬੰਦਾ ਅੱਜ $5000 ਜਿਹੜਾ ਫੈਮਿਲੀ 'ਚ ਕਮਾ ਕੇ ਲੈ ਕੇ ਆ ਰਿਹਾ, ਅਤੇ ਜੇ ਉਹਦੀ ਡੈਥ ਹੋ ਜਾਏਗੀ ਤਾਂ $5000 ਕੀ ਹੁੰਦਾ ਕਿ ਬੰਦ ਹੋ ਜਾਏਗਾ। ਅਤੇ ਉਸ ਨੂੰ ਆਪਾਂ ਕਹਿੰਦੇ ਹੈਗੇ ਅਲੱਗ-ਅਲੱਗ ਜਿਹੜਾ ਹੈਗਾ ਵੀ ਇੰਪੈਕਟਸ ਹੁੰਦੇ ਨੇ। ਫਾਈਨੈਂਸ਼ੀਅਲ ਇੰਪੈਕਟ ਕੀ ਹੈਗਾ, ਇੱਕ ਤਾਂ ਲਾਸ ਆਫ ਇਨਕਮ, ਉਹਦੀ ਇਨਕਮ ਜਿਹੜੀ ਹੈ ਬੰਦ ਹੋ ਜਾਏਗੀ। ਅਤੇ ਉਹ ਫਿਰ ਇਨਕਮ ਕਿੱਥੋਂ ਆਏਗੀ, ਉਸ ਹਿਸਾਬ ਨਾਲ ਜਿਹੜਾ ਸਾਨੂੰ ਉਹਦੀ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਪੈਂਦੀ ਹੈ, ਉਹਦੀ ਇੰਸ਼ੋਰੈਂਸ ਕਰਨੀ ਪੈਂਦੀ ਹੈਗੀ ਹੈ। ਲਾਸ ਆਫ ਕੇਅਰ ਗਿਵਰ। ਲਾਸ ਆਫ ਕੇਅਰ ਗਿਵਰ ਦਾ ਮਤਲਬ ਕੀ ਹੈਗਾ ਕਿ ਮੰਨ ਲਓ ਕਿ ਕੋਈ ਮਾਂ ਸੀ ਜਾਂ ਪਿਓ ਸੀ, ਅਗਰ ਉਹਦੀ ਡੈਥ ਹੋ ਜਾਂਦੀ ਹੈ, ਬੱਚੇ ਛੋਟੇ ਸੀ, ਅਤੇ ਉਹ ਬੱਚੇ ਦੀ ਕੇਅਰ ਕੌਣ ਕਰੇਗਾ। ਜੇ ਉਹ ਬੱਚੇ ਦੀ ਕੇਅਰ ਕਰਨ ਵਾਸਤੇ ਆਪਾਂ ਕੋਈ ਉਹਨੂੰ ਡੇ ਕੇਅਰ ਦੇ ਵਿੱਚ ਪਾਉਂਦੇ ਹਾਂ ਜਾਂ ਕੋਈ ਆਪਾਂ ਬੇਬੀ ਸਿਟਰ ਕੋਈ ਹਾਇਰ ਕਰਦੇ ਹੈਗੇ ਆ, ਤਾਂ ਉਹਦੇ ਵਾਸਤੇ ਵੀ ਸਾਨੂੰ ਜਿਹੜੇ ਹਨ ਉਹ ਖਰਚੇ ਮੈਨੇਜ ਕਰਨੇ ਪੈਂਦੇ ਹੈਗੇ ਨੇ। ਇੱਕ ਨਵੀਂ ਜਿਹੜੇ ਹੈ ਉਹ ਐਕਸਪੈਂਸ ਕ੍ਰੀਏਟ ਹੋ ਜਾਂਦਾ ਹੈਗਾ, ਅਤੇ ਇਹਦਾ ਮਤਲਬ ਇਹ ਵੀ ਇੱਕ ਅਸਰ ਹੈਗਾ। ਫਿਰ ਬੰਦੇ ਨੇ ਮੰਨ ਲਓ ਮੌਰਗੇਜ ਲਈ ਹੈਗੀ ਹੈ, ਡੈਟ ਪੇਮੈਂਟ ਹੈਗੀ ਹੈ, ਉਹ ਕਿੱਥੋਂ ਕਰਨੀ ਹੈਗੀ। ਜੇ ਮੰਨ ਲਓ ਬੰਦੇ ਦੇ ਸੇ ਕਿ $3 ਲੱਖ ਦੀ ਜਿਹੜੀ ਹੈ ਮੌਰਗੇਜ ਖੜੀ ਹੈ, ਜੇ ਬੰਦੇ ਦੀ ਅਚਾਨਕ ਡੈਥ ਹੋ ਜਾਂਦੀ ਹੈ, ਅਤੇ ਇਹ ਡੈਟ ਰੀਪੇਮੈਂਟ ਜਿਹੜੀ ਹੈ ਬੈਂਕ ਨੂੰ ਕੌਣ ਕਰੇਗਾ, ਇਹ ਵੀ ਇੱਕ ਇੰਪੈਕਟ ਪੈਂਦਾ ਡੈਥ ਦੇ ਉੱਤੇ। ਐਗਜ਼ਾਮਪਲਸ ਦਿੱਤੀਆਂ, ਇਹ ਤੁਸੀਂ ਆਪ ਪੜ੍ਹ ਲੈਣਾ, ਤੁਹਾਨੂੰ ਇੱਥੋਂ ਸਮਝ ਲੱਗ ਜਾਏਗੀ ਸੌਖਿਆ, ਕੋਈ ਇੰਨੀ ਕੋਈ ਬਹੁਤੀ ਹਾਰਡ ਨਹੀਂ ਹੈਗੀਆਂ ਇਹਨਾਂ ਨੂੰ ਸਮਝਣਾ। ਇਨਕਮ ਟੈਕਸ। ਹੁਣ ਕੀ ਹੁੰਦਾ ਹੈਗਾ ਕਿ ਜਦੋਂ ਵੀ ਇੱਥੋਂ ਬੰਦਾ ਦੁਨੀਆ 'ਤੇ ਜਾਂਦਾ ਹੈਗਾ, ਅਤੇ ਸੇ ਕਿ ਬੰਦਾ ਜਨਵਰੀ ਤੋਂ ਲੈ ਕੇ ਨਵੰਬਰ ਤੱਕ ਉਹਨੇ ਇਨਕਮ ਕਮਾਈ ਜਾਂ ਬਿਜ਼ਨਸ ਕਰਦਾ ਸੀ ਜਾਂ ਉਹ ਸੈਲਰੀ ਲੈਂਦਾ ਸੀ, ਮੰਨ ਲਓ ਕਿ 11ਵੇਂ ਮਹੀਨੇ ਨਵੰਬਰ ਦੇ ਵਿੱਚ ਉਹਦੀ ਡੈਥ ਹੋ ਜਾਂਦੀ ਹੈ, ਅਤੇ ਜਿਹੜੀ ਉਹ ਪਿਛਲੇ ਇੱਕ ਪੂਰੇ 11 ਮਹੀਨਿਆਂ ਦੀ ਉਹਨੇ ਇਨਕਮ ਕਮਾਈ ਹੈ, ਉਹਦੇ 'ਤੇ ਉਹਨੇ ਅਜੇ ਤੱਕ ਟੈਕਸ ਦਿੱਤਾ ਨਹੀਂ ਹੈਗਾ, ਉਹ ਅਗਲੇ ਸਾਲ ਉਹਨੇ ਫਾਈਲ ਕਰਨਾ ਸੀ। ਪਰ ਜੇ ਅਚਾਨਕ ਡੈਥ ਹੋ ਗਈ ਅਤੇ ਜਿਹੜੀ ਉਹਨੇ ਇਨਕਮ ਕਮਾਈ ਸੀ ਉਹ ਤਾਂ ਉਹਨੇ ਖਰਚ ਕਰ ਲਈ, ਪਰ ਜਦੋਂ ਅਗਲੇ ਸਾਲ ਜਨਵਰੀ ਫਰਵਰੀ ਦੇ ਵਿੱਚ ਜਾ ਕੇ ਉਹਨੇ ਟੈਕਸ ਫਾਈਲ ਕਰਨਾ, ਅਤੇ ਫਿਰ ਉਹਦੀ ਪਿਛਲੇ ਜਿਹੜੀ ਆ ਉਹਨੇ ਲਾਸਟ ਈਅਰ ਦੇ ਵਿੱਚ ਜਿਹੜੀ ਇਨਕਮ ਕਮਾਈ ਸੀ ਉਹਦੇ 'ਤੇ ਉਹਨੂੰ ਟੈਕਸ ਦੇਣੇ ਪੈਣਾ ਹੈਗਾ। ਅਤੇ ਉਹਦੇ ਵਾਸਤੇ ਵੀ ਸਾਨੂੰ ਪ੍ਰੋਵੀਜ਼ਨ ਕਰਨੇ ਪੈਂਦਾ ਕਿ ਉਹ ਪੈਸੇ ਕਿੱਥੋਂ ਆਉਣਗੇ, ਕਿਉਂਕਿ ਅਸੀਂ ਜਦੋਂ ਵੀ ਕਿਸੇ ਨੂੰ ਇੰਸ਼ੋਰੈਂਸ ਰਿਕਮੈਂਡ ਕਰਦੇ ਹਾਂ ਤਾਂ ਉਹਦੀ ਨੀਡ ਜਿਹੜੀ ਹੈ ਉਹਨੂੰ
ਜਿਹੜਾ ਹੈ ਸਮਝਣਾ ਬਹੁਤ ਜ਼ਰੂਰੀ ਹੈ ਵੀ ਕਿਸ ਤਰ੍ਹਾਂ ਦੇ ਜਿਹੜੇ ਖਰਚੇ ਆਮ ਲੋਕਾਂ ਨੂੰ ਨਹੀਂ ਪਤਾ। ਈਵਨ ਕਿ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਜਿਹੜੇ ਡੀਪਲੀ ਨਹੀਂ ਕੰਮ ਕਰਦੇ, ਫੁੱਲ ਟਾਈਮ ਨਹੀਂ ਕੰਮ ਕਰਦੇ, ਉਹ ਵੀ ਇਹ ਕਈ ਚੀਜ਼ਾਂ ਮਿਸ ਕਰ ਜਾਂਦੇ ਹੈਗੇ ਨੇ। ਅਤੇ ਇੱਥੇ ਜਿਵੇਂ ਉਹਨਾਂ ਨੇ ਇੱਕ ਹੈਡਿੰਗ ਲਿਆ ਹੈਗਾ ਵੀ ਇਨਕਮ ਟੈਕਸ ਦੇ ਅੱਗੇ ਐਗਜ਼ਾਮਪਲ ਦਿੱਤੀ ਹੈਗੀ ਆ। ਇਹ ਐਗਜ਼ਾਮਪਲ ਮੈਂ ਨਹੀਂ ਪੜ੍ਹਾਂਗਾ ਕਿਉਂਕਿ ਵੀਡੀਓ ਦੀ ਲੈਂਥ ਜਿਹੜੀ ਹੈ ਲੰਬੀ ਹੋ ਜਾਣੀ ਹੈ। ਮੈਂ ਨਹੀਂ ਚਾਹੁੰਦਾ ਕਿ ਵੀਡੀਓ ਦੀ ਲੈਂਥ ਵੇਖ ਕੇ ਤੁਸੀਂ ਵੀਡੀਓ ਨੂੰ ਨਾ ਵੇਖੋ, ਅਤੇ ਇਸ ਕਰਕੇ ਆਪਾਂ ਮੋਟੀ ਗੱਲ ਕਰਦੇ ਹਾਂ। ਅਤੇ ਅਸਟੇਟ ਕ੍ਰੀਏਸ਼ਨ, ਹੁਣ ਕਈ ਵਾਰੀ ਕੀ ਹੁੰਦਾ ਕਿ ਬੰਦਾ ਚਾਹੁੰਦਾ ਹੈਗਾ ਕਿ ਮੈਂ ਆਪਣੇ ਬੱਚਿਆਂ ਵਾਸਤੇ, ਆਪਣੀ ਫੈਮਿਲੀ ਵਾਸਤੇ ਜਾਂ ਕਿਸੇ ਸੁਸਾਇਟੀ ਵਾਸਤੇ ਮੈਂ ਕੋਈ ਐਸਟ ਛੱਡ ਕੇ ਜਾਣਾ ਚਾਹੁੰਦਾ ਹੈਗਾ, ਕੋਈ ਮੈਂ ਪੈਸੇ ਜਾਂ ਕੋਈ ਬਿਲਡਿੰਗ ਕੁਛ ਵੀ ਬਣਾ ਕੇ ਜਾਣਾ ਚਾਹੁੰਦਾ ਹੈਗਾ। ਅਤੇ ਜੇ ਉਹ ਮੰਨ ਲਓ ਕਿ ਪਹਿਲਾਂ ਉਹਦੀ ਡੈਥ ਹੋ ਜਾਂਦੀ ਤਾਂ ਉਹਦਾ ਸੁਪਨਾ ਜਿਹੜਾ ਅਧੂਰਾ ਰਹਿ ਜਾਂਦਾ ਹੈਗਾ। ਅਤੇ ਇਸ ਕਰਕੇ ਵੀ ਇਹਦਾ ਡੈਥ ਦਾ ਇੰਪੈਕਟ ਉਹਦੇ ਸੁਪਨੇ 'ਤੇ, ਉਹਦੇ ਜੋ ਵੀ ਉਹਨੇ ਪਲੈਨਿੰਗ ਕੀਤੀ ਉਹਦੇ 'ਤੇ ਪੈਂਦਾ ਹੈਗਾ। ਅਤੇ ਇਹ ਵੀ ਸਾਨੂੰ ਕੰਸੀਡਰ ਕਰਨਾ ਪੈਂਦਾ ਹੈਗਾ ਕਿ ਬੰਦੇ ਦੀ ਇੰਸ਼ੋਰੈਂਸ ਕਿੰਨੀ ਹੋਵੇਗੀ ਜਾਂ ਕਿੰਨੀ ਉਸ ਨੂੰ ਲੈਣੀ ਚਾਹੀਦੀ ਹੈਗੀ ਆ। ਮੰਨ ਲਓ ਕਿ ਬੰਦੇ ਦਾ ਮਤਲਬ ਲੇਡੀਜ਼ ਵੀ ਹੋ ਸਕਦਾ, ਵੈਸੇ ਮੂੰਹ 'ਤੇ ਚੜ੍ਹਿਆ ਹੋਇਆ ਬੰਦੇ ਦਾ ਮਤਲਬ ਬੰਦਾ ਮੇਲ ਔਰ ਫੀਮੇਲ ਕੋਈ ਵੀ ਹੋ ਸਕਦਾ। ਐਜੂਕੇਸ਼ਨ, ਉਹਨੇ ਆਪਣੇ ਬੱਚਿਆਂ ਵਾਸਤੇ ਕੀ ਹੈਗਾ ਕਿ ਸੋਚਿਆ ਹੋਇਆ ਕਿ ਮੇਰੇ ਬੱਚੇ ਵਧੀਆ ਸਕੂਲ, ਵਧੀਆ ਬਿਜ਼ਨਸ ਕਰਨ, ਕੁਛ ਵੀ ਜੋ ਵੀ ਉਹਨੇ ਸੋਚਿਆ, ਜੋ ਵੀ ਉਹਦੇ ਬੱਚਿਆਂ ਦੀ ਸੋਚ ਸੀ ਜਾਂ ਉਹਦੀ ਆਪਣੀ ਸੋਚ ਸੀ, ਉਸ ਹਿਸਾਬ ਨਾਲ ਉਹ ਪਲੈਨਿੰਗ ਕਰਦਾ ਕਿ ਮੇਰੇ ਬੱਚੇ ਇਹ ਕੰਮ ਕਰਨਗੇ ਅਤੇ ਉਹਨਾਂ ਵਾਸਤੇ ਮੈਨੂੰ ਪੈਸਿਆਂ ਦੀ ਲੋੜ ਪਏਗੀ, ਭਾਵੇਂ ਐਜੂਕੇਸ਼ਨ ਹੋਵੇ ਜਾਂ ਕੋਈ ਬਿਜ਼ਨਸ, ਕੁਛ ਵੀ ਉਹ ਸੋਚਦਾ ਹੈਗਾ। ਅਤੇ ਉਹਦੇ ਜੇ ਤਾਂ ਬੰਦਾ ਠੀਕ ਠਾਕ ਹੈਗਾ, ਜਿਉਂਦਾ, ਪੈਸੇ ਕਮਾਉਂਦਾ ਅਤੇ ਲੈ ਕੇ ਆਉਂਦਾ, ਅਤੇ ਉਹਦੇ ਬੱਚੇ ਵਧੀਆ ਪੜ੍ਹ ਜਾਣਗੇ, ਜੋ ਵੀ ਉਹਦਾ ਸੁਪਨਾ ਜਾਂ ਉਹਦੇ ਬੱਚਿਆਂ ਦੀ ਜਿਹੜੀ ਹੈ ਸੋਚ ਹੈਗੀ ਹੈ, ਬੱਚਿਆਂ ਦਾ ਸੁਪਨਾ ਹੈਗਾ ਪੂਰਾ ਹੋ ਜਾਏਗਾ। ਮੰਨ ਲਓ ਅਚਾਨਕ ਪੇਰੈਂਟਸ ਦੀ ਡੈਥ ਹੋ ਜਾਂਦੀ ਹੈਗੀ ਹੈ ਤਾਂ ਫਿਰ ਸੁਪਨਾ ਉਹ ਕਿੱਥੋਂ ਪੂਰਾ ਹੋਏਗਾ। ਅਤੇ ਉਹਦੇ ਵਾਸਤੇ ਵੀ ਸਾਨੂੰ ਕੰਸੀਡਰ ਕਰਨਾ ਪੈਂਦਾ, ਮਾਈਂਡ ਵਿੱਚ ਇਹ ਰੱਖਣਾ ਪੈਂਦਾ ਕਿ ਐਜੂਕੇਸ਼ਨ ਫੰਡਸ ਵਾਸਤੇ ਸਾਨੂੰ ਪ੍ਰੋਵੀਜ਼ਨ ਕਰਨਾ ਪੈਂਦਾ ਹੈਗਾ। ਲੈਗਸੀਸ ਦਾ ਵੀ ਇਹੀ ਇੱਕ ਮਤਲਬ, ਲੈਗਸੀਸ ਦਾ ਮਤਲਬ ਕਿ ਆਪਾਂ ਪਿੱਛੇ ਕੀ ਛੱਡ ਕੇ ਜਾਣਾ ਚਾਹੁੰਦੇ ਹੈਗੇ ਹਾਂ। ਕਿਸੇ ਵੀ ਆਪਾਂ ਕਈ ਵਾਰੀ ਹੁੰਦਾ ਕਿ ਕੋਈ ਨਾ ਕੋਈ ਚੀਜ਼ ਆਪਾਂ ਜਿਹੜੀ ਹੈ ਕੁਛ ਕਿਸੇ ਨੂੰ ਦੇਣਾ ਚਾਹੁੰਦੇ ਹੈਗੇ, ਕਿਸੇ ਨੂੰ ਸਪੋਰਟ ਕਰਨਾ ਚਾਹੁੰਦੇ ਹੈਗੇ ਆ। ਏ ਪਰਸਨ ਮਾਈਟ ਆਲਸੋ ਵਾਂਟ ਟੂ ਮੇਕ ਏ ਫਾਈਨੈਂਸ਼ੀਅਲ ਗਿਫਟ ਟੂ ਸਮਵਨ ਸਪੈਸ਼ਲ ਅਪਨ ਡੈਥ, ਪਰਹੈਪਸ ਇਨ ਦ ਐਪਰੀਸੀਏਸ਼ਨ ਆਫ ਦੈਟ ਪਰਸਨਸ ਪਾਸਟ ਸਰਵਿਸ ਔਰ ਸਪੋਰਟ, ਔਰ ਟੂ ਹੈਲਪ ਸਮਵਨ ਗੈਟ ਏ ਸਟਾਰਟ ਇਨ ਲਾਈਫ, ਵੀ ਕੁਛ ਉਹਨੂੰ ਈਜ਼ੀ ਹੋ ਜੇ ਵੀ ਲਾਈਫ ਸਟਾਰਟ ਕਰਨਾ। ਐਗਜ਼ਾਮਪਲ ਜਿਹੜੀ ਹੈ ਦਿੱਤੀ ਹੋਈ ਆ। Tanya received a lump sum bequest of 100,000 when her father died, and they used it as the down payment to buy a house. They would like to be able to leave a similar legacy to their children if they should die. Legacy ਦਾ ਮਤਲਬ ਕਿ ਕੁਛ ਨਾ ਕੁਛ ਆਪਾਂ ਜਿਹੜੇ ਹੈ ਛੱਡ ਕੇ ਜਾਣਾ ਚਾਹੁੰਦੇ ਹੈਗੇ ਆ, ਭਾਵੇਂ ਬੱਚਿਆਂ ਵਾਸਤੇ ਕੁਛ ਛੱਡ ਕੇ ਜਾਣਾ ਚਾਹੁੰਦੇ ਹੈਗੇ ਆ, ਤਾਂ ਉਹਦੇ ਵਾਸਤੇ ਜਿਹੜੀ ਹੈ ਪ੍ਰੋਵੀਜ਼ਨ ਆਪਾਂ ਲਾਈਫ ਇੰਸ਼ੋਰੈਂਸ ਦੇ ਵਿੱਚ ਕਰ ਸਕਦੇ ਹਾਂ ਕਿ ਜਦੋਂ ਮੇਰੀ ਡੈਥ ਹੋਵੇ ਤਾਂ ਮੈਂ ਆਪਣੇ ਬੱਚਿਆਂ ਦੇ ਵਾਸਤੇ ਕੁਛ ਨਾ ਕੁਛ ਛੱਡ ਕੇ ਜਾਵਾਂ ਤਾਂ ਕਿ ਉਹਨਾਂ ਨੂੰ ਸੌਖ ਹੋ ਜੇ ਆਪਣੀ ਲਾਈਫ ਦੇ ਵਿੱਚ ਫਾਈਨੈਂਸ਼ੀਅਲੀ। ਚੈਰੀਟੇਬਲ ਗਿਵਿੰਗ, ਇਹ ਵੀ ਇੱਕ ਬਹੁਤ ਵਧੀਆ ਤਰੀਕਾ ਹੈਗਾ ਲੋਕਾਂ ਦਾ ਚੈਰਿਟੀ ਕਰਨ ਦਾ। ਕਿ ਮੰਨ ਲਓ ਕਿ ਕੋਈ ਬੰਦੇ ਨੂੰ ਕੋਈ ਚੈਰਿਟੀ ਬਹੁਤ ਵਧੀਆ ਲੱਗਦੀ ਹੈਗੀ ਆ, ਜਦੋਂ ਉਹ ਜਿਉਂਦਾ ਸੀ ਅਤੇ ਉਦੋਂ ਉਹਦੇ ਕੋਲ ਇੰਨੇ ਪੈਸੇ ਨਹੀਂ ਸੀ ਕਿ ਉਹ ਚੈਰਿਟੀ ਨੂੰ ਵੱਡੇ ਪੱਧਰ 'ਤੇ ਸਪੋਰਟ ਕਰ ਸਕੇ। ਤਾਂ ਇਸ ਵਾਸਤੇ ਕੀ ਕਰਦੇ ਨੇ, ਖਾਸ ਕਰਕੇ ਇਹ ਆਪਣੇ ਵੈਸਟਰਨ ਕੰਟਰੀਜ਼ ਵਿੱਚ ਇਹ ਰਿਵਾਜ਼ ਹੈਗਾ ਗੋਰੇ ਲੋਕਾਂ ਦੇ ਵਿੱਚ, ਕਿ ਉਹ ਜਿਹੜੀ ਚੈਰਿਟੀ ਉਹਨਾਂ ਨੂੰ ਚੰਗੀ ਲੱਗਦੀ ਆ, ਉਹ ਆਪਣੇ ਆਪ 'ਤੇ ਮੰਨ ਲਓ ਉਹਨਾਂ ਨੇ $1,00,000 ਦੀ ਜਿਹੜੀ ਆ ਇੰਸ਼ੋਰੈਂਸ ਲੈ ਲਈ, ਅਤੇ ਉਹ ਕਹਿਣਗੇ ਕਿ ਇਹ ਜਦੋਂ ਮੇਰੀ ਡੈਥ ਹੁੰਦੀ ਹੈ ਅਤੇ ਇਹ $1,00,000 ਜਿਹੜਾ ਹੈਗਾ ਇਹ ਫਲਾਣੀ ਚੈਰਿਟੀ ਨੂੰ ਦੇ ਦਿਓ। ਮੰਨ ਲਓ ਜਿਵੇਂ ਆਪਾਂ ਆਪਣੇ ਪਿੰਡ ਦੀ ਉਦਾਹਰਨ ਲੈਂਦੇ ਹੈਗੇ ਕਿ ਅਸੀਂ ਆਪਣੇ ਪਿੰਡ ਨੂੰ ਸਪੋਰਟ ਕਰਨਾ ਚਾਹੁੰਦੇ ਹੈਗੇ ਹਾਂ, ਪਰ ਅਸੀਂ ਕਰ ਨਹੀਂ ਪਾਉਂਦੇ ਹੈਗੇ, ਅਤੇ ਆਪਾਂ ਇੱਕ ਇਹ ਵੀ ਤਰੀਕਾ ਵਰਤ ਸਕਦੇ ਹੈਗੇ ਕਿ $1,00,000 ਦੀ ਜੇ ਮੈਂ ਇੰਸ਼ੋਰੈਂਸ ਲੈ ਲਈ ਆਪਣੇ ਆਪ 'ਤੇ, ਅਤੇ ਮੈਂ ਕਹਾਂਗਾ ਕਿ ਅਗਰ ਮੇਰੀ ਡੈਥ ਹੋਵੇ ਤਾਂ ਇਹ $1,00,000 ਮੇਰੇ ਪਿੰਡ ਨੂੰ ਦੇ ਦਿਓ ਜਾਂ ਕਿਸੇ ਖਾਸ ਸੰਸਥਾ ਨੂੰ ਦੇ ਦਿਓ, ਪਿੰਗਲਵਾੜੇ ਨੂੰ ਦੇ ਦਿਓ। ਅਤੇ ਉਹਦੇ ਵਾਸਤੇ ਵੀ ਲੋਕ ਜਿਹੜੇ ਹਨ ਇੰਸ਼ੋਰੈਂਸ ਕਰਵਾਉਂਦੇ ਹੈਗੇ ਨੇ। ਅਤੇ ਇਹ ਵੀ ਆਪਾਂ ਕੰਸੀਡਰੇਸ਼ਨ ਦੇ ਵਿੱਚ ਰੱਖਣਾ ਜਦੋਂ ਅਸੀਂ ਕਿਸੇ ਦਾ ਫਾਈਨੈਂਸ਼ੀਅਲ ਪਲੈਨਿੰਗ ਜਿਹੜੀ ਕਰਦੇ ਹੈਗੇ ਹਾਂ। ਇਹ ਸੀ ਜਿਹੜੇ ਆਪਾਂ ਉੱਪਰ ਡਿਸਕਸ ਕੀਤੇ ਨੇ, ਇਹ ਸਾਰੇ ਇੰਪੈਕਟ ਸੀ ਜਦੋਂ ਪਰਸਨਲ ਲਾਈਫ ਦੇ ਉੱਤੇ, ਜਦੋਂ ਬੰਦੇ ਦੀ ਡੈਥ ਹੋ ਜਾਂਦੀ ਪਰਸਨਲ ਲਾਈਫ ਦੇ ਉੱਤੇ ਕਿਹੜੇ ਅਸਰ ਪੈਂਦੇ ਨੇ। ਬਿਜ਼ਨਸ ਇੰਪੈਕਟ ਵੀ ਪੈਂਦੇ ਨੇ। ਬਿਜ਼ਨਸ ਇੰਪੈਕਟ ਕਿਸ ਤਰ੍ਹਾਂ ਪੈਂਦੇ ਹੈਗੇ ਨੇ ਕਿ ਮੰਨ ਲਓ ਕਿ ਕੋਈ ਕੀ ਪਰਸਨ ਹੈਗਾ ਜਿਹਦੇ ਉੱਤੇ ਬਿਜ਼ਨਸ ਡਿਪੈਂਡੈਂਟ ਹੈਗਾ, ਅਤੇ ਜੇ ਉਹਦੀ ਅਚਾਨਕ ਜਿਹੜੀ ਹੈ ਡੈਥ ਹੋ ਜਾਂਦੀ ਹੈਗੀ ਆ ਤਾਂ ਬਿਜ਼ਨਸ 'ਤੇ ਅਸਰ ਪੈਂਦਾ। ਮੰਨ ਲਓ ਕੋਈ ਵੀ ਜਿਵੇਂ ਇੱਕ ਸੌਖੀ ਜਿਹੀ ਐਗਜ਼ਾਮਪਲ ਲੈਂਦੇ ਹਾਂ ਕਿ ਇੱਕ
ਰੈਸਟੋਰੈਂਟ ਹੈਗਾ, ਉਹਦੇ ਵਿੱਚ ਕੁੱਕ ਇੱਕ ਬਹੁਤ ਵਧੀਆ ਹੈਗਾ, ਉਹ ਕੁੱਕ ਬੜੇ ਵਧੀਆ ਪਕਵਾਨ ਬਣਾਉਂਦਾ ਅਤੇ ਉਹਦਾ ਰੈਸਟੋਰੈਂਟ ਜਿਹੜਾ ਬੜਾ ਵਧੀਆ ਚੱਲਦਾ ਹੈਗਾ। ਬਿਜ਼ਨਸਮੈਨ ਦਾ ਬਿਜ਼ਨਸ ਓਨਰ ਕੋਈ ਹੋਰ ਹੈਗਾ, ਕੁੱਕ ਕੋਈ ਹੋਰ ਹੈਗਾ। ਇਹ ਵੀ ਹੋ ਸਕਦਾ ਕਿ ਕੁੱਕ ਦੀ ਅਚਾਨਕ ਡੈਥ ਹੋ ਜੇ, ਤਾਂ ਫਿਰ ਕੀ ਹੋਏਗਾ ਕਿ ਰੈਸਟੋਰੈਂਟ ਤਾਂ ਬੰਦ ਹੋ ਜਾਏਗਾ। ਰੈਸਟੋਰੈਂਟ ਬੰਦ ਹੋਏਗਾ ਅਤੇ ਉਹਨੂੰ ਫਾਈਨੈਂਸ਼ੀਅਲ ਪੈਸੇ ਦਾ ਨੁਕਸਾਨ ਹੋਏਗਾ। ਉਹ ਕਿੰਨਾ ਨੁਕਸਾਨ ਹੋਏਗਾ, ਉਸ ਹਿਸਾਬ ਨਾਲ ਅਸੀਂ ਇੰਸ਼ੋਰੈਂਸ ਰਿਕਮੈਂਡ ਕਰਦੇ ਹੈਗੇ ਹਾਂ। ਅਤੇ ਇਸ ਤਰ੍ਹਾਂ ਡੈਥ ਜਿਹੜੀ ਹੈਗੀ ਉਹਦਾ ਬਿਜ਼ਨਸ ਦੇ ਉੱਤੇ ਵੀ ਅਸਰ ਪੈਂਦਾ ਹੈਗਾ। ਇੱਕ ਇਹ ਟੌਪਿਕ ਹੈਗਾ ਰਿਸਕ ਮੈਨੇਜਮੈਂਟ ਸਟ੍ਰੈਟਜੀਜ਼, ਅਤੇ ਇਹਦੇ ਵਿੱਚ ਰਿਸਕ ਸਟ੍ਰੈਟਜੀਜ਼ ਜਿਹੜੀਆਂ ਹੈਗੀਆਂ ਉਸ ਨੂੰ ਕਿਸ ਤਰ੍ਹਾਂ ਯੂਜ਼ ਕਰਦਾ ਕਿ ਕਿਸ ਤਰ੍ਹਾਂ ਪ੍ਰਬੰਧ ਕਰਦਾ ਕਿ ਰਿਸਕ ਨਾ ਹੋਵੇ। ਅਤੇ ਇਹ 4 ਹੈਡਿੰਗ ਨੇ, ਇਹਦੇ ਵਿੱਚ ਇੱਕ ਕੁਐਸਚਨ ਆਉਣਾ ਹੀ ਆਉਣਾ ਹੈਗਾ। ਅਤੇ ਇਹਨੂੰ ਆਪਾਂ ਸਮਝਦੇ ਹੈਗੇ ਰਿਸਕ ਅਵਾਇਡੈਂਸ ਕੀ ਹੁੰਦਾ, ਰਿਸਕ ਰਿਡਕਸ਼ਨ ਕੀ ਹੁੰਦਾ, ਰਿਸਕ ਰਿਟੈਂਸ਼ਨ ਕੀ ਹੁੰਦਾ, ਰਿਸਕ ਟ੍ਰਾਂਸਫਰ ਕੀ ਹੁੰਦਾ। ਹੁਣ ਮੰਨ ਲਓ ਕਿ ਇੱਕ ਬੰਦੇ ਦੇ ਉਹ ਲੋਨ ਲੈਣਾ ਚਾਹੁੰਦਾ ਹੈਗਾ ਅਤੇ $3 ਲੱਖ ਦਾ ਉਹ ਘਰ ਦੇ ਉੱਤੇ ਲੋਨ ਲੈਣਾ ਚਾਹੁੰਦਾ, ਅਤੇ ਉਹ ਰਿਸਕ ਹੋ ਗਿਆ ਉਹਦੇ ਬੰਦੇ 'ਤੇ ਕਿ ਅਗਰ ਉਹਦੀ ਡੈਥ ਹੋ ਜਾਂਦੀ ਹੈ ਅਤੇ ਉਹ 3 ਲੱਖ ਦਾ ਪੈਸਾ ਕਿੱਥੋਂ ਆਏਗਾ, ਕੌਣ ਦੇਗਾ। ਇੱਕ ਪਹਿਲਾ ਇਹ ਸਟ੍ਰੈਟਜੀ ਹੈਗੀ ਆ ਕਿ ਬੰਦਾ ਕਹਿੰਦਾ ਕਿ ਮੈਂ ਲੋਨ ਲੈਂਦਾ ਹੀ ਨਹੀਂ ਹੈਗਾ, ਕਿਰਾਏ 'ਤੇ ਰਹਿ ਲੈਂਦੇ ਹੈਗੇ ਆ, ਅਤੇ ਇਹਨੂੰ ਆਪਾਂ ਕਹਿੰਦੇ ਰਿਸਕ ਅਵਾਇਡੈਂਸ। ਜਦੋਂ ਵੀ ਹੁਣ ਤੁਹਾਨੂੰ ਕੁਐਸਚਨ ਆਏਗਾ ਤਾਂ ਤੁਸੀਂ ਠੰਡੇ ਦਿਮਾਗ ਨਾਲ ਸੋਚਣਾ ਕਿ ਇਹ ਬੰਦਾ ਜਿਹੜਾ ਕੁਐਸਚਨ ਦੀ ਜਿਹੜੀ ਕੰਡੀਸ਼ਨ ਦਿੱਤੀ ਹੈ ਇਹ ਕੀ ਕਰ ਰਿਹਾ, ਕੀ ਕਰਨਾ ਚਾਹੁੰਦਾ ਹੈਗਾ। ਅਤੇ ਸਿੰਪਲ ਇਹ ਗੱਲ ਯਾਦ ਰੱਖਣੀ ਕਿ ਜੇ ਉਹ ਬੰਦਾ ਨੂੰ ਮੰਨ ਲਓ ਮੌਰਗੇਜ ਤੋਂ ਡਰ ਲੱਗ ਰਿਹਾ ਤਾਂ ਇਹਦਾ ਮਤਲਬ ਉਹ ਰਿਸਕ ਨਹੀਂ ਲੈ ਰਿਹਾ, ਮੌਰਗੇਜ ਨਹੀਂ ਲੈ ਰਿਹਾ, ਤਾਂ ਉਹ ਰਿਸਕ ਨੂੰ ਅਵਾਇਡ ਹੀ ਕਰ ਰਿਹਾ। ਉਹ ਕਹਿੰਦਾ ਵੀ ਆਪਾਂ ਪੰਗਾ ਲੈਣਾ ਹੀ ਨਹੀਂ ਹੈਗਾ ਮੌਰਗੇਜ ਲੈਣ ਦਾ, ਅਤੇ ਅਸੀਂ ਕਿਰਾਏ 'ਤੇ ਲੈਣਾ। ਦੈਟ ਮੀਨਸ ਕਿ ਉਹ ਰਿਸਕ ਅਵਾਇਡ ਕਰ ਰਿਹਾ ਹੈਗਾ, ਉਹਨੂੰ ਆਪਾਂ ਕਹਿੰਦੇ ਰਿਸਕ ਅਵਾਇਡੈਂਸ। ਦੂਸਰੀ ਢੰਗ ਆ ਜਾਂਦਾ ਰਿਸਕ ਨੂੰ ਮੈਨੇਜਮੈਂਟ ਕਰਨ ਦਾ ਕਿ ਰਿਸਕ ਰਿਡਕਸ਼ਨ। ਉਹ ਕਹਿੰਦਾ ਵੀ 3 ਲੱਖ ਨਹੀਂ, ਚਲੋ ਮੈਂ 1.5 ਲੱਖ ਦਾ ਜਿਹੜਾ ਹੈ ਮੌਰਗੇਜ ਕਰਾ ਲੈਣਾ, ਅਪਾਰਟਮੈਂਟ ਦੇ ਵਿੱਚ ਰਹਿ ਲੈਣਾ ਹੈ, ਛੋਟੇ ਘਰ ਦੇ ਵਿੱਚ ਰਹਿ ਲੈਣਾ ਹੈਗਾ, ਅਤੇ ਉਹਨੂੰ ਆਪਾਂ ਕਹਿੰਦੇ ਰਿਸਕ ਰਿਡਕਸ਼ਨ। ਉਹਨੇ 3 ਲੱਖ ਦੀ ਬਜਾਏ 1.5 ਲੱਖ ਦਾ ਜਿਹੜਾ ਲੋਨ ਲੈ ਲਿਆ। ਤੀਸਰਾ ਆ ਜਾਂਦਾ ਹੈਗਾ ਰਿਸਕ ਰਿਟੈਂਸ਼ਨ। ਮੰਨ ਲਓ ਕਿ ਬੰਦੇ ਨੇ 3 ਲੱਖ ਦਾ ਲੋਨ ਲੈ ਲੈਂਦਾ ਹੈਗਾ, ਉਹ ਕਹਿੰਦਾ ਵੇਖੀ ਜਾਏਗੀ ਜੋ ਹੋਏਗਾ, 3 ਲੱਖ ਦਾ ਉਹਨੇ ਲੋਨ ਲੈ ਲਿਆ। ਹੁਣ 3 ਲੱਖ ਦੀ ਮੌਰਗੇਜ ਉਹਨੇ ਲੈ ਲਈ ਅਤੇ ਇੰਸ਼ੋਰੈਂਸ ਵੀ ਕੋਈ ਨਹੀਂ ਕਰਾਈ, ਅਤੇ ਇਹਦਾ ਮਤਲਬ ਬੰਦੇ ਨੇ ਰਿਸਕ ਆਪਣੇ ਆਪ 'ਤੇ ਹੀ ਰਿਟੇਨ ਕਰ ਲਿਆ, ਜਿਹਨੂੰ ਆਪਾਂ ਰਿਸਕ ਰਿਟੈਂਸ਼ਨ ਕਹਿੰਦੇ ਹੈਗੇ ਆ। ਚੌਥਾ ਇਹਦਾ ਰਿਸਕ ਮੈਨੇਜਮੈਂਟ ਦਾ ਢੰਗ ਹੁੰਦਾ ਅਤੇ ਰਿਸਕ ਟ੍ਰਾਂਸਫਰ ਕਰ ਦਿੱਤਾ ਜਾਵੇ, ਉਹਨੂੰ ਆਪਾਂ ਕਹਿੰਦੇ ਰਿਸਕ ਟ੍ਰਾਂਸਫਰ। ਰਿਸਕ ਟ੍ਰਾਂਸਫਰ ਦਾ ਮਤਲਬ ਬੰਦੇ ਨੇ 3 ਲੱਖ ਦੀ ਮੌਰਗੇਜ ਕਰਾਈ, ਹੁਣ ਰਿਸਕ ਇਹ ਹੈਗਾ ਕਿ ਬੰਦੇ ਦੀ ਡੈਥ ਹੋ ਸਕਦੀ ਹੈ, ਤਾਂ 3 ਲੱਖ ਕਿੱਥੋਂ ਆਏਗਾ, ਪਰਿਵਾਰ ਕਿੱਥੋਂ ਦੇਗਾ। ਅਤੇ ਉਹਦੇ ਵਾਸਤੇ ਉਹਨੇ ਕੀ ਕੀਤਾ ਕਿ ਇੰਸ਼ੋਰੈਂਸ ਕਰਵਾ ਲਈ ਕਿ ਜੇ ਮੇਰੀ ਡੈਥ ਹੁੰਦੀ ਹੈ ਤਾਂ 3 ਲੱਖ ਮੇਰੇ ਪਰਿਵਾਰ ਨੂੰ ਮਿਲੇਗਾ, ਅਤੇ ਉਹ ਬੈਂਕ ਦੀ ਮੌਰਗੇਜ ਵਾਲੀ ਪੇਮੈਂਟ ਵਾਪਸ ਕਰ ਦੇਵੇਗਾ। ਅਤੇ ਇਹਨੂੰ ਆਪਾਂ ਕਹਿੰਦੇ ਹਾਂ ਕਿ ਰਿਸਕ ਟ੍ਰਾਂਸਫਰ ਕਰ ਦਿੱਤਾ। ਅਤੇ ਇਹ ਸੌਖਾ ਹੀ ਹੈਗਾ। ਅਤੇ ਬਸ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਮਾਈਂਡ ਦੇ ਵਿੱਚ ਐਗਜ਼ਾਮਪਲ ਮੌਰਗੇਜ ਵਾਲੀ ਰੱਖਣੀ, ਅਤੇ ਕੁਐਸਚਨ ਕੋਈ ਵੀ ਹੋ ਸਕਦਾ, ਕੁਐਸਚਨ ਦੇ ਵਿੱਚ ਕੋਈ ਵੀ ਜਿਹੜੀ ਹੈ ਉਦਾਹਰਨ ਦਿੱਤੀ ਜਾ ਸਕਦੀ ਹੈ, ਪਰ ਤੁਸੀਂ ਠੰਡੇ ਦਿਮਾਗ ਨਾਲ ਲੌਜੀਕਲੀ ਸੋਚਣਾ ਹੈਗਾ ਕਿ ਇਹ ਬੰਦਾ ਕੀ ਕਰ ਰਿਹਾ, ਰਿਸਕ ਰਿਟੇਨ ਕਰ ਰਿਹਾ, ਰਿਸਕ ਰਿਡਿਊਸ ਕਰ ਰਿਹਾ, ਰਿਸਕ ਅਵਾਇਡ ਕਰ ਰਿਹਾ, ਜਾਂ ਰਿਸਕ ਟ੍ਰਾਂਸਫਰ ਕਰ ਰਿਹਾ ਹੈਗਾ। ਸੋ ਦੋਸਤੋ ਇਹ ਸੀ ਸਾਡਾ ਪਹਿਲਾ ਚੈਪਟਰ ਤੇ ਲਾਈਫ ਇੰਸ਼ੋਰੈਂਸ ਦਾ, ਅਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਸੈਕਿੰਡ ਚੈਪਟਰ ਦੇ ਬਾਰੇ ਗੱਲਬਾਤ ਕਰਾਂਗੇ। ਥੈਂਕ ਯੂ।